चरना च हाज़री वाहिगुरू चार करो जी। वाहिगुरू जी का खालसा वाहिगुरू जी की फतेह। सतनाम वाहिगुरू साहिब जी। श्री राग महला तीजा। श्री राग के अंदरों तीसरे पातशाह जी की अमृतमयी बाणी है जी। काया सत उर्द तप करे विचा हौमै ना जाए। सतगुरु कहते कोई काया साधे ते उर्द तपदा उर्द पुठे को कहते पुठा लड़ के तप करे पर इस तरह अंदरों हौमे नहीं जाती है। मान लो कोई नहा धो के चंगे सोहने कपड़े पा के बैठा रहे कि इस तरह उसके हृदय च नाम वस जाएगा कि इस तरह उसके अंदरों हौमे चले जाएंगे ਜਾਂ कोई ਖੂਹ 'ਚ ਪੁੱਠਾ ਲਟਕ ਕੇ ਆਪਣੇ ਗਿੱਟਿਆਂ ਤੋਂ ਲੱਤਾਂ ਰੱਸੇ ਨਾਲ ਬੰਨ੍ਹ ਕੇ ਪੁੱਠਾ ਲਟਕੇ ਖੂਹ ਦੇ ਅੰਦਰ ਵੀ ਇਸ ਤਰ੍ਹਾਂ ਮੇਰੀ ਹਉਮੈ ਚਲੀ ਜਾਏ ਕਿ ਮਹਾਰਾਜ ਕਹਿੰਦੇ ਬਿਲਕੁਲ ਨਹੀਂ। ਗੁਰਮੁਖੋ ਬਹੁਤੇ ਤੇ ਸਾਨੂੰ ਕਾਇਆ ਸਾਧ ਦੇ ਜਿਹੜੇ ਨਜ਼ਰ ਆਉਂਦੇ ਆ ਨਾਮ ਨਹੀਂ ਹੈ, ਬਾਣੀ ਦੀ ਵਿਚਾਰ ਉਹਨਾਂ ਦੇ ਜੀਵਨ 'ਚ ਨਹੀਂ ਹੈ। ਉਹ ਸਿਰਫ ਕਾਇਆ ਦੀ ਇਸ਼ਨਾਨ ਤੇ ਹੀ ਖੜੇ ਹੋਏ ਹੈ ਕਿ ਬੜੀ ਸੁੱਚਮ ਵੀ ਰੱਖਦੇ ਹੈ, ਉਹ ਆਪਣਾ ਹੱਥ ਵੀ ਨਹੀਂ ਕਿਤੇ ਲੱਗਣ ਦਿੰਦੇ ਹੈ। ਮਹਾਰਾਜ ਕਹਿੰਦੇ ਕਾਇਆ ਸਾਧਿਆ ਕੁਝ ਨਹੀਂ ਹੋਣਾ, ਪਰ ਇਹਨੇ ਬਚਨ ਕਹਿ ਦਿੱਤੇ ਵੀ ਇਹ ਕਾਇਆ ਤੇ ਝੂਠੀ ਰਹਿਣੀ ਹੈ। ਇਹ ਇੰਦਰੀ ਕੀ ਝੂਠ ਪੁੱਤਰ ਸਨਾਹੀ ਬ੍ਰਹਮ ਅਗਨ ਕੀ ਝੂਠੇ। ਇਹ ਕਦੇ ਸਰੀਰ ਸੁੱਚਾ ਨਹੀਂ ਹੋ ਸਕਦਾ। ਦਾਸ ਨੇ ਬਹੁਤ ਵਾਰੀ ਬੇਨਤੀ ਕੀਤੀ, ਸਭ ਤੋਂ ਗੰਦਾ ਸਾਡਾ ਸਰੀਰ ਹੀ ਹੈ। ਇਹਨੂੰ ਜਿੰਨੇ ਮੇਰੀ ਮਰਜ਼ੀ ਭਗਤ ਕਬੀਰ ਜੀ ਇੱਕ ਵਾਰੀ ਕਿਸੇ ਨਦੀ ਦੇ ਕੰਢੇ ਤੇ ਬੈਠੇ ਬੰਦਗੀ ਕਰ ਰਹੇ ਹਨ ਤੇ ਮੇਰੇ ਵਰਗਾ ਉਹ ਆਇਆ ਸੀ ਕਾਇਆ ਨੂੰ ਸਾਧਨ ਵਾਲਾ, ਕਹਿੰਦਾ ਭਗਤ ਜੀ ਨਾਮ ਜਪਣਾ ਹੀ ਤੇ ਇਸ਼ਨਾਨ ਪਾਣੀ ਪਹਿਲਾਂ ਕਰਨਾ ਹੈ, ਤੁਹਾਡੇ ਕੱਪੜੇ ਵੀ ਠੀਕ ਨਹੀਂ ਹੈ। ਤੇ ਭਗਤ ਜੀ ਕਹਿੰਦੇ ਵੀ ਨਾਮ ਜਪਣ ਵਾਸਤੇ ਕੋਈ ਬਹੁਤੇ ਕੱਪੜੇ ਤੇ ਠੀਕ ਪਾਉਣ ਦੀ ਲੋੜ ਨਹੀਂ ਹੈ। ਔਰ ਬਹੁਤਾ ਜੇ ਸਰੀਰ ਦਾ ਇਸ਼ਨਾਨ ਹੋ ਗਿਆ ਚੰਗੀ ਗੱਲ ਹੈ ਕਿ ਬੰਦਾ ਇੱਕ ਵਾਰੀ ਥੋੜ੍ਹਾ ਜਿਹਾ ਰਿਲੈਕਸ ਸਾਵਧਾਨ ਹੋ ਜਾਂਦਾ ਇਸ਼ਨਾਨ ਕੀਤਿਆਂ, ਥੋੜ੍ਹੀ ਜਿਹੀ ਉਹਦੇ ਅੰਦਰ ਉਹ ਐਨਰਜੀ ਇਸ਼ਨਾਨ ਕੀਤਿਆਂ ਵੱਧ ਜਾਂਦੀ ਹੈ। ਪਰ ਇਹ ਵੀ ਨਹੀਂ ਹੈ ਵੀ ਜੇ ਇਸ਼ਨਾਨ ਨਹੀਂ ਹੈ ਤੇ ਜਪਣਾ ਵੀ ਨਹੀਂ ਹੈ। ਤਾਬਿਆ 'ਚ ਆਉਣਾ ਇਸ਼ਨਾਨ ਜ਼ਰੂਰੀ ਹੈ, ਸਾਫ਼ ਕੱਪੜੇ ਜ਼ਰੂਰੀ ਹੈ, ਰਹਿਤ ਰੱਖਣੀ ਜ਼ਰੂਰੀ, ਪਰ ਜੇ ਕਦੇ ਵਾਹਿਗੁਰੂ ਜਪਣ ਦਾ ਮਨ ਕਰੇ ਤਾਂ ਕੋਈ ਜ਼ਰੂਰੀ ਨਹੀਂ ਵੀ ਨਹਾ ਕੇ ਹੀ ਉੱਥੇ ਹੀ ਵਾਹਿਗੁਰੂ ਸ਼ਬਦ ਆਪਣੀ ਰਸਨਾ ਨੂੰ ਕਹਿ ਸਕਦੇ। ਮਹਾਰਾਜ ਨੇ ਕਿਹਾ ਵੀ ਉੱਠਦਿਆਂ ਪਹਿਲਾਂ ਵਾਹਿਗੁਰੂ ਕਹੋ, ਉੱਠਦਿਆਂ ਇਸ਼ਨਾਨ ਤੇ ਨਹੀਂ ਕੀਤਾ ਹੁੰਦਾ, ਫਿਰ ਉੱਠਦਿਆਂ ਵਾਹਿਗੁਰੂ ਵਾਹਿਗੁਰੂ ਕਰਦਿਆਂ ਇਸ਼ਨਾਨ ਕਰੋ, ਫਿਰ ਤੁਸੀਂ ਬਾਣੀ ਪੜ੍ਹਨੀ। ਹਾਂ ਇੱਥੇ ਸਤਿਕਾਰ ਹੈ ਕਿਉਂਕਿ ਅਸੀਂ ਸ਼ਬਦ ਗੁਰੂ ਹੈ ਔਰ ਗੁਰੂ ਦੀ ਬੁਕਲ 'ਚ ਬੈਠ ਰਹੇ ਹਾਂ, ਇੱਥੇ ਸਾਨੂੰ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ। ਉਹ ਭਗਤ ਕਬੀਰ ਜੀ ਕਹਿੰਦੇ ਜੀ ਫਿਰ ਕਾਇਆ ਸਾਧ ਕੇ ਹੀ ਨਾਮ ਜਪਿਆ ਜਾ ਸਕਦਾ। ਮੇਰੇ ਵਰਗਾ ਪੰਡਤ ਜੀ ਕਹਿੰਦੇ ਹਾਂ ਭਾਈ ਕਾਇਆ ਸਾਧ ਕੇ, ਕਹਿੰਦੇ ਜੀ ਠੀਕ ਹੈ, ਫਿਰ ਕਿਵੇਂ ਕਾਇਆ ਵਿੱਚ ਹੋ ਸਕਦੀ ਹੈ। ਉਹ ਪੰਡਤ ਦਰ ਤੇ ਨਾ ਕਿਸੇ ਜਾਤੀ ਨਾਲ ਨਾ ਜੋੜ ਦੇਣਾ। ਪੰਡਤ ਦਰ ਹੁੰਦਾ ਹੈ ਗਿਆਨ ਦੀਆਂ ਗੱਲਾਂ ਕਰਨ ਵਾਲਾ। ਮੈਨੂੰ ਵੀ ਆਪ ਜੀ ਪੰਡਤ ਕਹਿ ਸਕਦੇ ਹੋ, ਮੈਂ ਤੁਹਾਨੂੰ ਕਥਾ ਸੁਣਾਉਣਾ। ਉਹ ਕਹਿੰਦਾ ਵੀ ਹਾਂ ਪਹਿਲਾਂ ਸਰੀਰ, ਕਹਿੰਦੇ ਕਿਵੇਂ ਸੁੱਚਾ ਹੋ ਸਕਦਾ ਸਰੀਰ ਕਾਇਆ ਕਿਵੇਂ, ਕਹਿੰਦਾ ਜੀ ਸਵਾ ਮਨ ਸੂਰ ਦੀ ਪੁੱਟੀ ਹੋਈ ਮਿੱਟੀ। ਖੇਤਾਂ 'ਚ ਨਾ ਉਦੋਂ ਸੂਰ ਕਮਾਦ ਹੁੰਦੇ ਹਨ ਤੇ ਖੇਤ ਜਾਈਦਾ ਵੇਖੀ ਤੇ ਸੂਰ ਮਿੱਟੀ ਪੁੱਟ ਦਿੰਦੇ। ਹੁਣ ਵੀ ਆ ਬਾਰਡਰ ਏਰੀਏ 'ਤੇ ਜਾਈਏ ਤੇ ਕਾਫੀ ਸੂਰ ਮਿਲ ਜਾਂਦੇ। ਸੂਰ ਦੀ ਪੁੱਟੀ ਹੋਈ ਮਿੱਟੀ ਸਵਾ ਮਨ ਲੈ ਕੇ ਨਾ ਅਰਕਾਂ ਤੱਕ ਤੇ ਗੋਡਿਆਂ ਤੱਕ ਉਹ ਬਲੀ ਜਾਣੀ ਹੈ ਜਿੰਨਾ ਚਿਰ ਖਤਮ ਨਹੀਂ ਹੁੰਦੀ, ਤੇ ਫਿਰ ਸਰੀਰ ਫਿਰ ਇਸ਼ਨਾਨ ਕਰਦਾ। ਭਗਤ ਜੀ ਨੇ ਇਤਨਾ ਹੀ ਕੀਤਾ, ਭਗਤ ਕਬੀਰ ਜੀ ਨੇ ਫਿਰ ਨਦੀ 'ਚ ਇਸ਼ਨਾਨ ਕੀਤਾ ਤੇ ਨਦੀ 'ਚੋਂ ਪਾਣੀ ਦੀ ਮੂੰਹ 'ਚ ਕੁਰਲੀ ਭਰ ਕੇ ਲੈ ਆਏ ਤੇ ਉਹ ਮੇਰੇ ਵਰਗੇ ਪੰਡਤ ਦੇ ਉੱਪਰ ਪਾ ਦਿੱਤੀ, ਜਿਹੜਾ ਕਹਿੰਦਾ ਹੈ ਵੀ ਸਰੀਰ। ਉਹ ਕਹਿੰਦਾ ਮੇਰਾ ਤਾਂ ਤੂੰ ਨੇਮ ਹੀ ਭ੍ਰਿਸ਼ਟ ਕਰ, ਮੈਨੂੰ ਝੂਠਾ ਕਰ ਦਿੱਤਾ, ਮੂੰਹ ਦਾ ਪਾਣੀ ਪੈ ਗਿਆ ਨਾ। ਤੇ ਉਹ ਭਗਤ ਜੀ ਕਹਿੰਦੇ ਵੀ ਹੁਣੇ ਤੇ ਤੂੰ ਮੈਨੂੰ ਸੁੱਚਾ ਕੀਤਾ, ਹੁਣ ਮੈਂ ਕਿਵੇਂ ਝੂਠਾ ਹੋ ਗਿਆ। ਫਿਰ ਉਹਨਾਂ ਨੇ ਸਮਝਾਇਆ ਵੀ ਸਰੀਰ ਨਹੀਂ ਸੁੱਚਾ ਹੋ ਸਕਦਾ, ਸਰੀਰ ਨੇ ਝੂਠਾ ਹੀ ਰਹਿਣਾ। ਤੇ ਮਹਾਰਾਜ ਕਹਿੰਦੇ ਕਾਇਆ ਸੱਧ ਉਰਦ ਤਪ ਕਦੇ ਵਿੱਚੋਂ ਹਉਮੈ ਨਾ ਜਾਏ। ਭਾਵੇਂ ਕੋਈ ਕਾਇਆ ਨੂੰ ਸਾਧਨ ਤੇ ਲੱਗਾ। ਕਾਇਆ ਸਾਧਨ ਦਾ ਅਰਥ ਇੱਥੇ ਇਹ ਵੀ ਹੈ ਵੀ ਆਪਣੇ ਇੰਦਰੀਆਂ ਨੂੰ ਵਸ ਕਰਨਾ। ਸਰੀਰ ਨੂੰ ਆਪਾਂ ਤੇ ਚਲੋ ਬਹੁਤੀ ਜਿਹੜੀ ਨਾ ਉਹ ਸਰੀਰ ਤੇ ਇੱਥੇ ਕੋਈ ਕੱਪੜੇ ਮੈਲੇ ਜਿਹਦੇ ਹੋਣ ਦਾ ਸਸਤੇ ਹੋਣ, ਅਸੀਂ ਉਹਨੂੰ ਚੰਗਾ ਨਹੀਂ ਸਮਝਦੇ। ਮਹਾਰਾਜ ਕਹਿੰਦੇ
ਕਾਇਆ ਤੇ ਕੀ ਪਹਿਨੇ ਮਤਲਬ ਨਹੀਂ ਰੱਖਦਾ, ਤਨ ਢੱਕਿਆ ਹੋਣਾ ਚਾਹੀਦਾ ਹੈ। ਤੇ ਹਾਂ, ਗੁਰੂ ਸਾਹਿਬ ਦੀ ਹਜ਼ੂਰੀ 'ਚ ਆਉਣਾ ਹੈ ਤੇ ਇਸ਼ਨਾਨ ਪਾਠ ਜ਼ਰੂਰੀ ਹੈ। ਤੇ ਕਦੇ ਭਾਈ ਵੀ ਅਸੀਂ ਧੰਦਾ ਕਰਦੇ ਹਾਂ, ਕਾਰਜ ਵੀ ਜਪਣਾ ਹੈ, ਕਾਰਜ ਜਿਹੜਾ ਕਰਨਾ ਹੀ ਕਰਨਾ ਹੈ। ਹੁਣ ਧੰਦਾ ਕਰਦਿਆਂ ਤੇ ਸਾਨੂੰ ਪਸੀਨਾ ਵੀ ਆਏਗਾ ਜਾਂ ਹੋਰ ਵੀ, ਉਹ ਚਲੋ ਮਹਾਰਾਜ ਨੇ ਬਚਨ ਕਹੇ ਵੀ ਬਹਿੰਦੇ ਉੱਠਦਿਆਂ ਹਰ ਨਾਮ ਧਿਆਵੈ ਜੀ, ਹਰੇਕ ਸਮੇਂ ਤੋਂ ਜਪਣਾ ਹੈ। ਤੇ ਕਈ ਮੇਰੇ ਵਰਗੇ ਕਾਇਆ ਸਾਧਨ 'ਚ ਲੱਗੇ ਉਹ ਪੁੱਠੇ ਲਟਕਦੇ ਨੇ, ਹਉਮੈ ਫਿਰ ਨਹੀਂ ਜਾਂਦੀ ਹੈ। ਅਧਿਆਤਮ ਕਰਮ ਜੇ ਕਰੇ, ਨਾਮ ਨ ਕਬਹੀ ਪਾਏ। ਜੇ ਉਹ ਅਧਿਆਤਮਕ ਕਰਮ ਆਤਮਾ ਵਾਸਤੇ ਧਾਰਮਿਕ ਕਰਮ ਕਰੇ ਤੇ ਨਾਮ ਨਾ ਕਬ ਹੀ ਪਾਏ। ਕਹਿੰਦੇ ਫਿਰ ਵੀ ਨਾਮ ਕਦੇ ਵੀ ਨਹੀਂ ਉਹਨੂੰ ਮਿਲਣਾ ਹੈ, ਕਦੀ ਵੀ ਨਹੀਂ ਪਾਏਗਾ ਉਹ ਨਾਮ। ਕਈ ਵਾਰੀ ਨਾ ਹੀ ਬਾਹਰੀ ਕਰਮ ਕਰਕੇ ਨਾ ਕਹਿੰਦੇ ਵੀ ਹੁਣ ਮੈਂ ਠੀਕ ਹੋ ਗਿਆ, ਵੀ ਮੇਰੇ ਅੰਦਰੋਂ ਹਉਮੈ ਚਲੀ ਗਈ ਹੈ, ਮੈਂ ਸੱਚ ਨਾਲ ਜੁੜ ਗਿਆ। ਉਹ ਤੇ ਤੁਹਾਨੂੰ ਇਹੋ ਜਿਹੇ ਸਰੀਰ ਮਿਲਣਗੇ, ਉਹਨਾਂ ਕੋਲ ਗੁਰੂ ਦੀ ਸਿੱਖਿਆ ਨਹੀਂ, ਰੱਬ ਦਾ ਨਾਮ ਨਹੀਂ ਹੈ। ਉਹ ਵੈਸੇ ਕਹਿੰਦੇ ਵੀ ਅਸੀਂ ਧਾਰਮਿਕ ਹੈ, ਮਰਦ ਕਹਿੰਦੇ ਨਹੀਂ ਉਹ ਧਾਰਮਿਕ ਨਹੀਂ ਬਣ ਸਕਦੇ, ਕਦੇ ਵੀ ਉਹਨਾਂ ਨੂੰ ਨਾਮ ਨਹੀਂ ਮਿਲੇਗਾ। ਜਿਹੜੇ ਗੁਰੂ ਤੋਂ ਬਾਹਰ ਕਰਮ ਕਰਦੇ ਹੈ, ਇੱਕ ਤਾਂ ਗੁਰੂ ਸਾਹਿਬ ਜੀ ਕਹਿੰਦੇ ਵੀ ਇਹ ਸਿੱਖਾਂ ਨੂੰ ਕਰਨਾ ਚਾਹੀਦਾ, ਉਹਦਾ ਲਾਭ ਹੈ। ਮੰਨ ਲਓ ਬੱਚਾ ਦਾਖਲਾ ਨਹੀਂ ਲੈਂਦਾ ਕਿਸੇ ਸਕੂਲ 'ਚ, ਕਾਲਜ 'ਚ, ਜਿੰਨੀਆਂ ਮਰਜ਼ੀ ਕਿਤਾਬਾਂ ਘਰੇ ਬੈਠਾ ਪੜ੍ਹੀ ਹੈ, ਕਿਤਾਬਾਂ ਪੜ੍ਹਨ ਦਾ ਲਾਭ ਕੋਈ ਨਹੀਂ, ਨਾ ਕਿ ਉਹਨੂੰ ਕੋਈ ਸਰਟੀਫਿਕੇਟ ਪਾਸ ਦਾ ਮਿਲਣ ਵਾਲਾ, ਨਾ ਉਹਨੂੰ ਕੋਈ ਡਿਗਰੀ ਮਿਲਣ ਵਾਲੀ ਹੈ, ਕਿਉਂਕਿ ਉਹਨੇ ਦਾਖਲਾ ਨਹੀਂ ਲਿਆ ਹੋਇਆ। ਜੇ ਦਾਖਲਾ ਲੈ ਕੇ ਪੜ੍ਹਦਾ ਫਿਰ ਉਹ ਡਿਗਰੀਆਂ ਵੀ ਇੱਕ ਦਿਨ ਪ੍ਰਾਪਤ ਕਰਦਾ। ਇਸ ਤਰ੍ਹਾਂ ਭਾਈ ਗੁਰੂ ਤੋਂ ਜੇ ਬਾਗੀ ਹੋ ਕੇ ਅਸੀਂ ਕਰਮ ਕਰਾਂਗੇ ਤੇ ਨਾਮ ਕਦੇ ਵੀ ਨਹੀਂ ਮਿਲਣਾ ਹੈ। ਗੁਰ ਕੈ ਸ਼ਬਦ ਜੀਵਤ ਕਰੈ, ਹਰਿ ਨਾਮ ਵਸੈ ਮਨ ਆਏ। ਸਤਿਗੁਰੂ ਕਹਿੰਦੇ ਹੈ ਕਿ ਗੁਰੂ ਦੇ ਸ਼ਬਦ ਰਾਹੀਂ ਅਸੀਂ ਜਿਉਂਦਿਆਂ ਮਰਨਾ ਹੈ। ਹਰ ਨਾਮ ਵਸੈ ਮਨ ਆਏ, ਫਿਰ ਨਾਮ ਮਨ 'ਚ ਵਸੇਗਾ। ਸ਼ਬਦ ਮਨੋ ਫਿਰ ਜੀਵੋ ਸਾਧੀ ਹੀ, ਤਾਂ ਫਿਰ ਮਰਨ ਨਾ ਕੋਈ। ਸ਼ਬਦ 'ਚ ਮਰਨਾ ਆਪਾਂ ਭਾਵ ਮਾਰ ਲੈਣਾ, ਆਪਣੀਆਂ ਖਵਾਇਸ਼ਾਂ ਨੂੰ ਮਾਰ ਲੈਣਾ, ਉਹੀ ਕਰਨਾ ਜੋ ਗੁਰੂ ਕਹਿੰਦੇ। ਸ਼ਬਦ ਕੀ ਹੈ? ਗੁਰੂ। ਵੀ ਗੁਰੂ ਦੇ ਦੱਸੇ ਮਾਰਗ 'ਤੇ ਚੱਲਣਾ, ਇਹ ਜਿਉਂਦਿਆਂ ਮਰਨਾ ਹੈ। ਤੇ ਫਿਰ ਨਾਮ ਮਿਲ ਜਾਂਦਾ, ਨਾਮ ਮਨ 'ਚ ਵਸ ਜਾਂਦਾ। ਗੁਰੂ ਦੀ ਸਿੱਖਿਆ 'ਤੇ ਚੱਲੇ ਨਾਮ ਦੀ ਪ੍ਰਾਪਤੀ ਹੁੰਦੀ ਹੈ। ਸੁਣ ਮਨ ਮੇਰੇ ਭਜ ਸਤਿਗੁਰ ਸਰਣਾ। ਮੇਰੇ ਮਨ ਸੋਣ ਭਜ ਦਾ ਅਰਥ ਜੁੜਨਾ, ਸਤਿਗੁਰੂ ਦੀ ਸ਼ਰਨ 'ਚ ਪੈਦਾ। ਜੁੜ ਜਾ ਗੁਰੂ ਸਾਹਿਬ ਦੇ ਨਾਲ। ਮਨ ਨੂੰ ਸੁਬੋਧਨਾ ਹੈ, ਮਨ ਭਟਕਦਾ ਹੈ ਸਾਡਾ, ਇੱਧਰ ਚਲਾ ਗਿਆ ਉੱਧਰ। ਮਰਦ ਕਹਿੰਦੇ ਇਹਨੂੰ ਗੁਰੂ ਦੀ ਸ਼ਰਨ 'ਚ ਟਿਕਾ ਲੈਣਾ ਚਾਹੀਦਾ। ਇੱਕ ਤਾਂ ਹੁੰਦਾ ਭਾਈ ਆਪਾਂ ਕਿਸੇ ਨੂੰ ਕਹਿੰਦੇ ਵੀ ਤੁਸੀਂ ਜੁੜੋ, ਭਾਈ ਤੁਸੀਂ ਗੁਰੂ ਵਾਲੇ ਬਣੋ, ਤੁਸੀਂ ਗੁਰਦੁਆਰੇ ਜਾਇਆ ਕਰੋ, ਤੁਸੀਂ ਨਾਮ ਜਪਿਆ ਕਰੋ। ਇੱਕ ਹੈਗਾ ਆਪਣੇ ਆਪ ਨੂੰ ਕਹਿਣਾ ਵੀ ਤੂੰ ਜੁੜ। ਚਲੋ ਹੋ ਸਕਦਾ ਤੁਹਾਨੂੰ ਮੈਂ ਜੁੜਿਆ ਬਹੁਤ ਲੱਗਦਾ ਵਾ ਵੀ ਬਹੁਤ ਜੁੜਿਆ, ਪਰ ਮੈਨੂੰ ਪਤਾ ਜਿੰਨਾ ਕੁ ਜੁੜਿਆ, ਮੈਨੂੰ ਤੇ ਆਪਣੇ ਮਨ ਨੂੰ ਕਹਿਣਾ ਭਾਈ ਪੈਣਾ ਪਏਗਾ, ਭਾਈ ਤੂੰ ਜੁੜ। ਸਾਰਿਆਂ ਨੂੰ ਆਪਣੇ ਆਪ ਨੂੰ ਕਹਿਣਾ ਪਏਗਾ ਵੀ ਅਸੀਂ ਜੁੜੀਏ। ਵਿਖਾਵਾ ਨਹੀਂ ਅਸੀਂ ਕਰਨਾ, ਧਾਰਮਿਕ ਬਣ ਕੇ ਵਿਖਾਵਾ ਨਹੀਂ ਕਰਨਾ। ਜੋ ਹੈ ਉਹ ਅਸੀਂ ਬਿਆਨ ਵੀ ਕਰ ਦਈਏ, ਕੋਈ ਚਲੋ ਇਹਦੇ 'ਚ ਪਾਪ ਵਾਲੀ ਗੱਲ ਨਹੀਂ, ਪਰ ਜੋ ਮੈਂ ਨਹੀਂ ਹੈ ਉਹ ਜੇ ਕਿਸੇ ਨੂੰ ਬਣ ਕੇ ਵਿਖਾਵਾਂ ਤਾਂ ਕਿਤੇ ਨਾ ਕਿਤੇ ਪਾਪ ਹੈ। ਇਹਦਾ ਮਤਲਬ ਮੈਂ ਕਿਸੇ ਨੂੰ ਧੋਖਾ ਦੇਣਾ ਚਾਹੁੰਦਾ। ਮਰਦ ਕਹਿੰਦੇ ਆਪਣੇ ਆਪ ਨਾਲ ਕਿਤੇ ਮਨ ਨਾਲ ਗੱਲ ਕਰਨੀ ਚਾਹੀਦੀ। ਬੜਾ ਗੁਰੂ ਦੀ ਸ਼ਰਨ 'ਚ ਟੇਕ। ਦੂਸਰੇ ਨੂੰ ਅਸੀਂ ਜੋੜਨ ਦਾ ਬੜਾ ਯਤਨ ਕਰਦੇ, ਭਾਈ ਤੁਸੀਂ ਵੀ ਜੁੜੋ, ਤੁਸੀਂ। ਇਹ ਵੀ ਬਹੁਤ ਵੱਡਾ ਚਲੋ ਸੇਵਾ, ਪਰ ਖੁਦ ਨੂੰ ਪਹਿਲਾਂ ਆਪਣੇ ਆਪ ਨੂੰ ਪੂਰਨ ਤੌਰ 'ਤੇ ਜੋੜਨਾ ਚਾਹੀਦਾ ਹੈ ਵੀ ਭਾਈ ਦੂਸਰੇ ਵੀ ਜੁੜ ਗਏ ਨੇ, ਤੂੰ ਵੀ ਜੋੜ। ਦੂਸਰਿਆਂ ਨੂੰ ਵੀ ਜੋੜਨਾ ਹੀ, ਪਰ ਆਪਣੇ ਮਨ ਨੂੰ ਵੀ ਕਹਿਣਾ ਭਾਈ ਤੂੰ ਗੁਰੂ ਦੀ ਸ਼ਰਨ 'ਚ ਟਿਕਿਆ ਹੈ। ਮਨ ਹੁਣ ਟਿਕਿਆ, ਬਾਹਰ ਨਿਕਲ ਕੇ ਨਹੀਂ ਟਿਕਣਾ, ਹੋਰ ਪਾਸੇ ਨੂੰ ਚਲਾ ਜਾਂਦਾ, ਫਿਰ ਹੋਰ ਪਾਸੇ ਨੂੰ ਚਲਾ ਜਾਂਦਾ। ਇੱਥੇ ਇਹੀ ਮਨ ਨੂੰ ਕਹਿਣਾ ਵੀ ਟਿਕਿਆ ਰਹੇ, ਵੀ ਸ਼ਬਦ ਦਾ ਆਸਰਾ ਨਾ ਛੱਡ। ਜੇ ਆਪਾਂ ਬਾਹਰ ਨਿਕਲ ਕੇ ਵੀ ਬਾਣੀ ਦਾ ਸ਼ਬਦ ਗਾਦੇ ਹੈ, ਸੁਰਤ ਸਾਡੀ ਗੁਰੂ ਨਾਲ ਜੁੜੀ ਹੈ, ਫਿਰ ਇਹ ਮਨ ਟਿਕ ਜਾਂਦਾ, ਸਹਿਜੇ ਕਾਬੂ ਹੋ ਜਾਂਦਾ, ਵਸ ਆ ਜਾਂਦਾ ਤੇ ਮਨ ਨੂੰ ਮਨੁੱਖ ਜਿੱਤ ਲੈਂਦਾ ਹੈ। ਗੁਰ ਸਾਥੀ ਛੁਟੀਐ ਇਕ ਭਵਜਨ ਸ਼ਬਦ ਗੁਰ ਦਰਨਾ। ਗੁਰੂ ਦੀ ਕਿਰਪਾ ਦੁਆਰਾ ਅਸੀਂ ਮਾਇਆ ਮੋਹ ਤੋਂ ਆਜ਼ਾਦ ਹੋ ਜਾਵਾਂਗੇ। ਦੇਖ ਮਾਇਆ ਹੀ ਹੈ, ਗੁਰ ਪ੍ਰਸਾਦੀ ਛੁੱਟੀ ਹੈ। ਮਾਇਆ ਦੇ ਮੋਹ ਤੋਂ ਬਚ ਜਾਵਾਂਗੇ। ਭਵਜਨ ਸ਼ਬਦ ਤੋਂ ਗੁਰ ਦਰਨਾ,
इस भाकुर सागर को गुरु के शब्द नाल जुड़ के असीं तर सकते हैं। शब्द ही है जिहड़ा डुबदा नहीं है, तो शब्द ही सानूं तारदा है। शब्द ने आत्मा को तारना है, शरीर नहीं। शरीर तो डुबन लगा, कोई शरीर पकड़ेगा तो इन्हें निकलना है। जे अंदर साडे डुबन लगा किसी पुकार के अंदर, तो इत्थे गुरु साहब ने आसरा देना है। शब्द बहुत बारी पढ़िया, जो मंत्र को थामे थंपण क्यों गुर का शब्द मनै अस थंपण। हुशियारपुर वाले भाई जोगे की साडी आपां ने सुनी, दो लावां छड्ड के चले गया। इस शब्द की व्याख्या करती हो साकी जी महाराज ने क्या है ना, काया सब यूर्द तप कर रहे हो बिचों हमें ना जाए। फिर महाराज ने कहा नाम नहीं मिलना। हुण महाराज कहते मन को रोक के रखना चाहिए। दो लावां छड्ड के चले गया। उदों अवस्था कुछ होर सी, मन जुड़िया ही पूरा गुरु वास्ते भी जान भी दे देनी। रस्ते च जांदे मन बदल गया। की हो गया, अंदर हौमे आ गई भी मेरे वर्गा कोई दूसरा सिख नहीं है गुरु गोबिंद सिंह साहब का, जिहड़ा अपनियां दो लावां छड्ड के महाराज वाले पासे नूं भज गया होवे। हुण की आ गई हौमे। चलो इत्थे ते हौमे आई, हौमे तो बाद मन फिर पुकार च डिगन लगा। कमाल की गल, तीन अवस्था भी मन दी हो सकदियां भी। दो ते लावां ही छड्ड गया, मतलब उदों मन बड़ा जुड़िया है। अध च गया, हौमे आ गई मेरे वर्गा सिख कोई नहीं। इस तो अगले कदमां ते चलिया तो फिर मन डोल भी गया। फिर एक बेशवा के दरवाजे पर जाना चाहता है, उत्थे एक पहरेदार खड़ा है, किसी की जुत्ती बाहर पई है, रुक जाता है। सारी रात समाधि ते जाण दा यतन करते, पहरेदार जान नहीं देता है। उधरों आवाज़ आई, कोई पिंड च धर्मशाला ही भाई साहब के बोलन की, तो अपने आप को फिर लानत भी पाई। वो कहता बशर्मा है वेले तो तू इशनान पानी करके जपजी साहब का पाठ करता हाँ, अज कित्थे आण के खड़ गया। ਇਹਦਾ मतलब मन की पहला मन जुड़िया ही, फिर हौमे च आ गया, फिर डिगन लगा। हुण फिर मन सचेत हो गया कि नितनेम का टाइम हो गया। महाराज के कोल चला जाता है, महाराज के नेत्र लाल ने कहता महाराज भी तुसीं लगदा रात सुते नहीं है। तो महाराज कहते जोगिया जे सौण दिनों तो असीं सौंदे ना। हैरान हो के कहता महाराज भी मैं ते महाराज कहते हैं भी हम पहरेदारी तेरी सारी रात करनी पई। हैरान हो गया, तो पता लग गया भी बरछे वाला होर कोई नहीं है, तो 10वें पातशाह जिहड़ा मैनूं उत्थों रोकदा रहा। कुदरत आ शब्द सानूं आसरा दिंदे, बकार तो डिगण तो गुरु रोकदा है। सच जाणो जे जुड़े है तां जे जुड़े नहीं तो फिर तो वही है ही बकारां दे अंदर है। महाराज कहते हैं मन की अवस्था बदलती है, तो मन जिहड़ा कायम है ना शब्द नाल जुड़ के रह सकदा। धार्मिक बंदे बकारां च ज़्यादा डिगदे है, ये गल हमेशा याद रखनी चाहिए। तो जे शब्द का आसरा लैके रखते फिर उच्ची सुरत भी बड़ी लै जाते हैं। महाराज ने इत्थे बचन कहे गुर प्रसादी छुटी है बेख भवजल शब्द गुर तरना। गुरु की सिक्ख्या नाल असीं भव सागर को भाई तर सकते हाँ। विश्राम दे के महाराज कहते हैं त्रै गुण च विचरना रजो तमो ते सतो चो। ये माया की खेड ही है। दूजा भाव है, तो भाव दूजे भाव नाल फिर विकार पैदा होते हैं। नजायज किसी को माया आ जाए ना बंदा विकारी बन जाता है। ये प्रैक्टिकल असीं अपनी अखां नाल देखिया होएगा। तो महाराज यही कहते तिन्ना गुणा च विचरना, ये रब की प्राप्ति नहीं है, तो माया की भज दौड़ है। तो फिर विकारां च डिग जाता है मनुख। जो गुरु बांह नहीं पकड़ता है वो दलदल चो मनुख निकल नहीं सकता। बांह पकड़ गुर काटिया सूई उतरिया पार। जिहदी गुरु बांह पकड़ लेंदे भव सागर को पार हो जाता है, विकारां तो तर जाता है। पंडित पढ़ै बंधन मोह बाधा, नह बूझै दुखिया प्यार। महाराज कहते पंडित ना पढ़े ग्रंथ बहुत पढ़ता है। ते नाल कह दिता बंधन मोह बाधा, कहते मोह के बंधना च भी बन्निया होया। आसा की वार च महाराज जी कह के गए हैं पढ़ पुस्तक संध्या बाद सिर पूज सबगल सुनाद मुख झूठ बभूखण सारन त्रै पाल तिहाड़ विचार गल माला तिलक ललाटन दोए धोती वस्त्र जो जानस ब्रह्म कर्मन सब फूकट निश्चो कर्मन कहो नानक निश्चो ध्यावै बिन सतगुरु वाटना
पावे। पढ़ पढ़ गड्डी लदी है, पढ़ पढ़ भरी है साथ। कईयां ने गड्ढे लद छड़े है पढ़ पढ़ के। मर्ज कहते वैसे माया के मोह च बचे हुए। मान लो मैं मेरे घरे भी आप जी आओगे, मेरे घर घट तो घट मेरे को 100 किताब पई है, ग्रंथ मेरे को गीता भी पई है, मेरे को मद भागवत भी पई है। जो समा मिलता है पढ़ ली दी है, सारे ग्रंथ पढ़ने चाहिए। तो जे मैं पढ़ा भी ये पढ़ के मैं कथा करनी है तो 4 रुपये आ जाएंगे, तो फिर रब की प्राप्ति को नहीं जोड़। बंधन मोह वाधा माया च बंधे हुए। माफ करना ना तो गाउन वालों कथा करने वालों रब मिलया, तो सुनने वालों तो मिलना ही कादा जे वो माया मोह च बंधे। एक रागी सिंह इतने संसार से नहीं, मैं ना नहीं लागा स्टेज को, उन्होंने सद्या गुरमुखारे ने कीर्तन वास्ते, तो संगत में बड़ा रस बनया। तो कहते जी एक शब्द होर गायन कर दो। संगत कह रही है जी एक शब्द होर सुना दो। तो माइक तो मूँह पासे करके कहते जी एक शब्द का फिर 5000 रुपया लगना है। जो तुम एक शब्द बुलाना चाहते हो ना, वैसे शरीर नहीं है कि माया नाल लैके चला गया भी वो सारा कुछ इतने ही फिर छड्डना पिया ना। तो किसी समय वो बंदा हैलीकॉप्टरां ते आनंद कारज करन जाता है बड़े बड़े बंदियां दे, ते नाल उहदे भी कुछ भी नहीं गया। तो जे सारी जिंदगी असीं बुढ़े होण तक जे माया पिछे भी संगत कहती, संगत च की है विच संगत हर प्रभ बस। इस रब तो गुरु कहते कि शब्द गा, तो रब तो गुरु को भी कहना भी 5000 रुपया दोगे तो शब्द गावांगे, फिर प्राप्ति तो कोई नहीं ना हुई सारी चीज़। फिर तो माया इकट्ठी करते लगे। मान लो मैं कथा कर रहा, कोई आन के शरीर कह देता बाबा जी 10 मिनट होर कृपा करो, 10 मिनट होर ला दो, तो मैं कहा जी तुम्हें 5000 रुपया होर 10 मिनट का देना पैना है। तो फिर माया नाल प्यार, फिर कथा गा दी फिर दे दे। महाराज कहते पंडित पढ़े बंधन मोह बाधा, न पूछे विख्या प्यार। कहते समझ कोने आई है, तो पढ़ पढ़ गड्डी लदी है, ग्रंथ ही पढ़ के गड्डियां ही लदियां, समझ कोई नहीं आई है। करना की है विख्या प्यार, माया नाल ही प्यार है। माया वास्ते वो फिर पानी बेचता है, माया वास्ते वो कीर्तन बेचता है, माया वास्ते असीं कथा बेच देने हैं। महाराज कहते फिर वो भाई अध्यात्म के जिहड़े कर्म ने ना, वो जिन्ने मर्जी करता रहे, रब की प्राप्ति नहीं होनी है। सतगुर मिले त्रिपुटी छूटै, चौथे पद भुगत दुहार। हाँ महाराज कहते सतगुर मिले त्रिकुटी छूटे। त्रिकुटी होंदी साडे मत्थे दे बिल्कुल सामने उपर नक की सेध पे, इहनूं कहा विंगियां टेढ़ियां जिहड़ियां नाड़ियां, जां इहनूं कहा भी जिहड़ा झोला जिहा ना बंदे दे मत्थे त्योड़ियां पईयां रहणियां। कहते त्योड़ियां खत्म हो जांदियां जिद्दन गुरु मिल पैंदा। त्योड़ियां किते मत्थे ते हुंदियां, जां तां बुढ़ा कोई हो जाए, जां वैसे ही मनुख सड़िया बलिया होवे अंदरों, जां उहदे मत्थे ते त्योड़ियां। कईयां दा चेहरा वेख के सानूं पता लग जांदा भी ये बंदा ठीक नहीं है, मत्थे ते त्योड़ी। चल बजुर्ग हो जाए बंदा उहदे पै ही जांदियां। वैसे ही जिहड़ी वो बॉडी है वो थोड़ी सुगड़नी शुरू हो जाती जो बंदा बजुर्ग हो जाता। तो कईयां दे मत्थे ते वैसे ही तुहानूं त्योड़ियां नज़र आउणगियां, वो कल्पे जे तुहानूं नज़र आउणगे ना। तो उन्होंने जीवन चो सो गए तो उन्होंने वेख्या तुसीं भी कल्प जाओगे। जे किसी के चेहरे पर कोई सच है, किसी के अंदर कुछ है, तुहानूं भी शांति मिलेगी, तो नहीं तो तुहानूं कल्पे। महाराज कहते त्रिकुटी नहीं फिर छुटती ਉਹਦੇ। चौथा पद मुक्त द्वार, चौथे पद च असीं विचरना है। 10 इस पिछे तो गल कर रहे काफ़ी दिनों तो, असीं हुण चौथे पद ते जाना है जी। मान लो हुण कोई इत्थे आके, चलो कोई बंदा पुछ ले तो मैं गल्लां चों लधा सकदा। गुरु साहब जी पुछ रहे ना, भाई साहब जी सारे गुरु ग्रंथ साहब की तुसीं कथा एक बारी कर ली है, कित्थे खड़े हो, की प्राप्ति है, की जवाब मेरे को। मैं उत्थे तो मुकर भी नहीं सकदा, उत्थे तो फिर ਉਹਨੂੰ ਅਵਸਥਾ ਦਾ ਪਤਾ है ना कितने है। तो जे सारी कथा करके भी गुरु साहब जी कह दें भी तेन प्राप्ति कुछ नहीं हुई, तो फिर वो अपने 12 साल पे गए ना, तो फिर कोई अर्थ नहीं रह गए। तो जे साडे जीवन च कोई गुण नजर आउण भी इन्हें कथा की है, फिर साडा भी प्यार वधेगा भी, तो गुरु की बख्शी के पात्र भी बनांगे। गुरु साहब जी भी कहे भाई आया है संतोख इन्हों के अंदर कथा करन सुनने वालों के अंदर। भाई ये चौथे पद के नेड़े है। हुण बच्चा स्कूल जाए तो जे पहली च बैठा रहे 10 साल, तो प्राप्ति तो फिर कुछ ना होई ना। 10 सालों की मेहनत बाद वो 10th क्लास हो जाता है, 10वीं क्लास हो जाता है। ये 10वीं क्लास हो गया, ये 9 क्लासां की प्राप्ति है। तो जे बच्चा जाता है क्लास ही नहीं बदलता है। होशियार बच्चे 1 साल तो 2 क्लासां भी कर जाते हैं।
ਟੀਚਰ ਉਹਨਾਂ ਦੀ ਵੇਖ ਕੇ ਭਾਈ ਇਹਦਾ ਲੇਬਲ ਬਣ ਗਿਆ ਵੀ ਇਹ ਤੀਸਰੀ ਕਲਾਸ ਦਾ ਨਹੀਂ, ਇਹ ਚੌਥੀ ਕਲਾਸ ਦਾ ਜਿਹੜਾ ਉਹ ਸਿਲੇਬਸ ਉਹਨੂੰ ਸਮਝ ਸਕਦਾ ਹੈ, ਉਹ ਫਿਰ 1 ਸਾਲ 'ਚ 2 ਕਲਾਸਾਂ ਵੀ ਕਰਾ ਦਿੰਦੇ। ਅਸੀਂ ਇਹੋ ਜਿਹੇ ਹਿੰਮਤੀ ਬਣਨੇ 1 ਸਾਲ 'ਚ 2 ਕਲਾਸਾਂ ਕਰਨ ਵਾਲੇ, ਅਸੀਂ 10 ਸਾਲ ਇੱਕ ਕਲਾਸ 'ਚ ਲਾਉਣ ਵਾਲੇ ਨਹੀਂ ਬਣਨਾ। ਮਹਾਰਾਜ ਕਹਿੰਦੇ 3 ਪਦਾਂ ਤੋਂ ਉੱਤੇ ਨਿਕਲ ਜਾਣਾ ਹੈ ਵੀ ਆਪਾਂ ਚੌਥੇ ਪਦ 'ਚ ਟਿਕਣਾ ਹੈ। ਤੇ ਮਹਾਰਾਜ ਕਹਿੰਦੇ ਚੌਥੇ ਪਦ 'ਚ ਹੀ ਮੁਕਤ ਦਰਵਾਜ਼ਾ ਹੈ, ਮੁਕਤੀ ਦਾ ਦਰਵਾਜ਼ਾ ਉੱਥੇ ਹੀ ਹੈ ਜਿਹੜਾ ਗੁਪਤ ਦਰਵਾਜ਼ਾ ਹੈ। 9 ਦਰਵਾਜ਼ੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ, ਉਹ 10ਵਾਂ ਗੁਪਤ ਹੈ। ਉਸ ਦਰਵਾਜ਼ੇ ਰਾਹੀਂ ਫਿਰ ਪਰਮਾਤਮਾ ਤੱਕ ਪਹੁੰਚਿਆ ਜਾ ਸਕਦਾ ਹੈ। ਸਤਿਗੁਰੂ ਮਾਰਗਦਰਸ਼ਨ ਦਾ ਰਸਤਾ, ਮਹਾਰਾਜ ਕਹਿੰਦੇ ਗੁਰੂ ਤੋਂ ਰਸਤਾ ਪ੍ਰਾਪਤ ਹੁੰਦਾ ਹੈ ਤੇ ਫਿਰ ਚੂਕੈ ਮੋਹ ਗੁਬਾਰ, ਮਾਇਆ ਦਾ ਮੋਹ ਤੇ ਅਗਿਆਨਤਾ ਦਾ ਹਨੇਰਾ ਗੁਬਾਰ ਹਨੇਰੇ ਨੂੰ ਕਹਿੰਦੇ ਅੰਦਰੋਂ ਦੂਰ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਜਿਹੜਾ ਆਪਾਂ ਭਾਵ ਸ਼ਬਦ 'ਚ ਮਾਰ ਲੈਂਦੇ ਨਾ, ਉਹ ਪਾਏ ਮੋਖ ਦੁਆਰਾ ਮੁਕਤੀ ਦਾ ਦਰਵਾਜ਼ਾ ਪ੍ਰਾਪਤ ਕਰ ਲੈਂਦੇ। ਆਪਾਂ ਭਾਵ ਮਾਰਨਾ, ਸਾਨੂੰ ਨਾ ਸਦਾ ਜਿਉਣ ਲਈ ਇੱਕ ਵਾਰੀ ਜਿਉਂਦੇ ਮਰਨਾ ਪੈਣਾ ਹੈ। ਜੇ ਸਦਾ ਵੀ ਜਿਉਣਾ ਚਾਹੁੰਦੇ, ਮਰਨ ਦਾ ਭਾਵ ਹੈ ਵੀ ਗੁਰੂ ਨੂੰ ਸਮਰਪਿਤ ਹੋ ਜਾਣਾ। ਹੋਰ ਵੈਸੇ ਨਹੀਂ ਵੀ ਅਸੀਂ ਆਪਣੇ ਗਲਾ ਛੁਰੀ ਨਾਲ ਕੱਟ ਲੈਣਾ ਜਾਂ ਹੋਰ ਕਿਸੇ ਤਰ੍ਹਾਂ, ਵੀ ਜੋ ਗੁਰੂ ਕਹਿੰਦਾ ਉਹ ਕਰਨਾ ਹੀ ਮਰਨਾ ਹੈ। ਸੀਸ ਵੱਢਿਆ ਕਰ ਬੈਸਣ, ਜੇ ਸਿਰ ਵੱਢਣਾ ਨਹੀਂ ਹੈ, ਸੀਸ ਭੇਟਾ ਕਰਨਾ ਹੈ ਗੁਰੂ ਸਾਹਿਬ ਜੀ ਨੂੰ, ਬਸ ਸਮਰਪਿਤ ਹੋਣਾ ਹੀ ਮਰਨਾ ਹੈ। ਪਰ ਕਹਿੰਦੇ ਮੁਕਤੀ ਦਾ ਦਰਵਾਜ਼ਾ ਇੱਥੇ ਆ ਕੇ ਖੁੱਲ੍ਹਣਾ ਹੈ ਜੀ। ਜਿਹੜੇ ਗੁਰੂ ਦੀ ਕਿਰਪਾ ਨਾਲ ਸੱਚ ਨਾਮ ਕਰਤਾਰ ਨੂੰ ਮਿਲੇ ਰਹਿੰਦੇ ਹੈ, ਜਿਹੜੇ ਗੁਰੂ ਦੇ ਦੱਸੇ ਮਾਰਗ ਤੇ ਚੱਲਦੇ ਗੁਰੂ ਮਿਲਦੇ ਹੀ ਹੈ ਨਾ, ਆਪਾਂ ਭਾਵ ਮਾਰ ਲੈਂਦੇ ਨੇ ਉਸ ਰਸਤੇ ਤੇ ਫਿਰ ਬੜੇ ਪਿਆਰ ਨਾਲ ਚੱਲਦੇ ਹਨ। ਮਹਾਰਾਜ ਕਹਿੰਦੇ ਜਿਹੜਾ ਮਨੁਆ ਸਭਾ ਨਾ ਬਾਣੇ ਅੱਤ ਸਬਲ ਹੈ, ਅੱਤ ਦਾ ਬੜਵਾਨ ਹੈ, ਛੱਡੇ ਨਾ ਕਿਤੇ ਉਪਾਏ, ਮਨ ਨੂੰ ਜਿੱਤਣਾ ਗੁਰਮੁਖੋਂ ਬੜਾ ਔਖਾ ਹੈ। ਇੱਕ ਬੰਦਾ 5 ਪਹਿਲਵਾਨਾਂ ਨੂੰ ਜਿੱਤ ਸਕਦਾ ਹੈ, ਵਾਰ-ਵਾਰ ਉਹਨਾਂ ਦੀ ਕੰਡ ਲਾ ਸਕਦਾ ਹੈ, ਆਪਣੇ ਆਪ ਨੂੰ ਨਹੀਂ ਉਹ ਜਿੱਤ ਸਕਦਾ। ਅੱਤ ਸਬਲ ਹੈ। ਹੁਣ ਇੱਥੇ ਨਾ ਆਪਾਂ ਐਂ ਲੱਗਦਾ ਅਸੀਂ ਜਿੱਤਿਆ ਹੋਇਆ ਆਪਣੇ ਆਪ ਨੂੰ, ਆਪਾਂ ਬਾਣੀ ਦੇ ਵਿਚਾਰ ਸੁਣਦੇ ਨਾ, ਸਾਡੇ ਅੰਦਰੋਂ ਇੱਕ ਐਨਰਜੀ ਆਉਂਦੀ ਹੈ ਵੀ ਐਂ ਤੇ ਉੱਥੇ ਜਾ ਕੇ ਫਿਰ ਅਸੀਂ ਡੋਲ ਜਾਂਦੇ ਹਾਂ। ਬਲਵਾਨ ਹੈ ਨਾ ਵੀ ਢਾਲ ਲੈਂਦਾ ਸਾਨੂੰ ਉੱਥੇ ਜਾ ਕੇ, ਫਿਰ ਇੱਥੇ ਅਸੀਂ ਮਾੜਾ ਜਿਹਾ ਕਾਬੂ ਪਾਉਣੇ, ਉੱਥੇ ਜਾ ਕੇ ਫਿਰ ਸਾਨੂੰ ਗੋਡਿਆਂ ਪਰਨੇ ਸੁੱਟ ਲੈਂਦਾ। ਮਹਾਰਾਜ ਕਹਿੰਦੇ ਇਹ ਬੜਾ ਬਲਵਾਨ ਹੈ, ਛੱਡੇ ਨਾ ਕਿਤੇ ਉਹ ਪਾਏ, ਕਿਤੇ ਉਹ ਪਾ ਕੀਤਿਆਂ ਵੀ ਸਾਨੂੰ ਛੱਡਦਾ ਨਹੀਂ ਹੈ। ਕਵੀ ਸੰਤੋਖ ਸਿੰਘ ਕਹਿੰਦੇ ਅੜਬ ਘੋੜੇ ਦੀ ਤਰ੍ਹਾਂ ਸਾਡਾ ਮਨ, ਅੜਬ ਘੋੜੇ ਨੂੰ ਕਾਬੂ ਕਰਨਾ ਸਾਰਿਆਂ ਦੇ ਵੱਸ ਦੀ ਗੱਲ ਨਹੀਂ ਹੁੰਦੀ ਹੈ, ਬੜਾ ਔਖਾ ਹੈ। ਮਹਾਰਾਜ ਕਹਿੰਦੇ ਵੀ ਹਾਂ ਉਹ ਕਿਰਪਾ ਕਰੇ ਤੇ ਮਨ ਜੀਤੇ ਜਗ ਜੀਤੇ ਨੂੰ ਜਿੱਤਿਆ ਜਾ ਸਕਦਾ ਹੈ। ਸਾਡਾ ਮਨ ਦਾ ਇੱਧਰੋਂ ਤੋੜ ਕੇ ਦੂਜੇ ਭਾਅ ਨਾਲ ਲਾ ਦਿੰਦਾ ਲੱਗ ਜਾਂਦਾ ਹੈ ਤੇ ਫਿਰ ਬਹੁਤ ਹੀ ਸਜ਼ਾ ਬੰਦੇ ਨੂੰ ਮਿਲਦੀ ਹੈ। ਰੱਬ ਨਾਲ ਟੁੱਟ ਕੇ ਬੰਦਾ ਐਵੇਂ ਭੈੜੇ ਝੂਠੇ ਦੇ ਰੱਬ ਨਾਲ ਜੁੜਦੇ ਤੇ ਫਿਰ ਸਜ਼ਾ ਵੀ ਉਹਨੂੰ ਰੱਬ ਦੇ ਘਰ ਜਾ ਕੇ ਮਿਲਣੀ ਹੈ, ਕਿਉਂਕਿ ਜਿਸ ਰੱਬ ਦੇ ਘਰ ਜਾਣਾ ਉਸ ਰੱਬ ਨੂੰ ਕੋਈ ਨਜਿਆ ਹੀ ਨਹੀਂ ਹੈ, ਸਜ਼ਾ ਤਾਂ ਫਿਰ ਮਿਲੇਗੀ ਨਾ। ਮਹਾਰਾਜ ਕਹਿੰਦੇ ਮਨ ਬਦੋ ਬਦੀ ਟੁੱਟ ਜਾਂਦਾ ਹੈ, ਉਹ ਦੂਸਰੇ ਪਾਸੇ ਹੋ ਜਾਂਦਾ ਹੈ, ਫਿਰ ਇਹਨੂੰ ਸਜ਼ਾ ਮਿਲਦੀ ਹੈ ਰੱਬ ਦੇ ਘਰ। ਨਾਨਕ ਜਿਹੜੇ ਨਾਮ ਨਾਲ ਲੱਗ ਗਏ ਨਾ ਬਚ ਜਾਂਦੇ, ਉਭਰੇ ਦਾ ਅਰਥ ਪਾਰ ਹੋ ਜਾਣਾ, ਬਚ ਜਾਣਾ। ਹਉਮੈ ਸ਼ਬਦ ਜਲਾਏ, ਕੋਈ ਸ਼ਬਦ ਦੇ ਰਾਹੀਂ ਆਪਣੀ ਹਉਮੈ ਨੂੰ ਅੰਦਰੋਂ ਸਾੜ ਦਿੰਦੇ ਆ, ਜਲਾਏ ਜਾਂ ਹਉਮੈ ਗਵਾਏ ਸ਼ਬਦ ਆਉਂਦਾ ਹੈ ਕਿ ਉਹ ਬਚ ਜਾਂਦੇ, ਹਉਮੈ ਨੂੰ ਸਾੜ ਦਿੰਦੇ ਨੇ ਜਾਂ ਦੂਰ ਕਰ ਦਿੰਦੇ ਨੇ। ਦੇਖੋ ਸਾਡੇ ਘਰ 'ਚ ਨਾ ਕੂੜਾ ਕਰਕਟ ਹੁੰਦਾ ਹੈ ਤੇ ਉਹਨੂੰ 2 ਤਰੀਕੇ, ਜਾਂ ਤਾਂ ਬਾਹਰ ਸੁੱਟਿਆ ਜਾਂਦਾ ਕਿਸੇ ਡਸਟਬਿਨ ਦੇ ਅੰਦਰ, ਜਾਂ ਫਿਰ ਬੀਬੀਆਂ ਅੱਗ ਲਾ ਦਿੰਦੀਆਂ ਜਿਹੜੇ ਫਾਲਤੂ ਰੱਦੀ ਹੁੰਦੀ ਨਾ, ਜਾਂ ਉਹਨਾਂ ਨੂੰ ਅੱਗ ਲਾਈ ਜਾਂਦੀ ਜਾਂ ਬਾਹਰ ਸੁੱਟਿਆ ਜਾਂਦਾ। ਹਉਮੈ ਵੀ ਜਾਂ ਤੇ ਬਾਹਰ ਕੱਢਣੀ ਹੈ ਤੇ ਜਾਂ ਇਹਨੂੰ ਸਾੜਨਾ ਹੈ, ਵੀ ਅੰਦਰੋਂ ਖਤਮ ਕਰ ਦੇਣੀ ਹੈ। ਕਿਰਪਾ ਕਰੇ ਗੁਰ ਪਾਈਐ, ਹਰਿ ਨਾਮੁ ਦੇ ਦ੍ਰਿੜਾਏ। ਕਹਿੰਦੇ ਜੋ ਕਿਰਪਾ ਕਰੇ ਨਾ ਵਾਹਿਗੁਰੂ ਤੇ ਗੁਰੂ ਮਿਲਦਾ, ਤੇ ਗੁਰੂ ਕੀ ਕਰਦਾ ਫਿਰ ਨਾਮ ਦ੍ਰਿੜ ਕਰਵਾ ਦਿੰਦਾ ਹੈ।
ਇਹ ਵਿਚਾਰ ਆਪਾਂ ਬਹੁਤ ਵਾਰੀ ਕੀਤੀ ਹੈ ਵੀ ਵਾਹਿਗੁਰੂ ਦੀ ਕਿਰਪਾ ਨਾਲ ਸਾਨੂੰ ਆ ਸਤ ਸੰਗਤ ਪ੍ਰਾਪਤ ਹੋਈ ਹੈ। ਵਾਹਿਗੁਰੂ ਦੇ ਬਖਸ਼ੇ ਉਦਮ ਸਦਕਾ ਹੀ ਬੈਠੇ ਆ। ਹੁਣ ਗੁਰੂ ਨੇ ਉਦਮ ਰੱਬ ਨੂੰ ਮਿਲਣ ਦਾ ਫਿਰ ਦੇਣਾ ਸਾਨੂੰ। ਮਾਂ ਪਿਓ ਨਾ ਬੱਚੇ ਨੂੰ ਇੱਕ ਉਦਮ ਦਿੰਦਾ ਸਕੂਲ ਭੇਜਣ ਦਾ, ਤੇ ਫਿਰ ਅੱਗੇ ਟੀਚਰ ਕੀ ਕਰਦੇ ਨੇ, ਉਹਨੂੰ ਵਿਦਿਆ ਦਿੰਦੇ ਆ। ਰੱਬ ਇਸ ਤਰ੍ਹਾਂ ਸਾਨੂੰ ਉਦਮ ਦਿੰਦੇ ਗੁਰੂ ਕੋਲ ਆਉਣ ਦਾ। ਗੁਰੂ ਕੀ ਕਰਦਾ ਹੈ? ਗੁਰੂ ਫਿਰ ਰੱਬ ਨਾਲ ਮਿਲਾ ਦਿੰਦਾ, ਉਹ ਗਿਆਨ ਦਿੰਦਾ ਹਨ, ਤੇ ਗਿਆਨ ਪ੍ਰਾਪਤ ਕਰਕੇ ਫਿਰ ਰੱਬ ਨੂੰ ਬੰਦਾ ਹੋ ਜਾਂਦਾ ਹੈ। ਜਿੱਥੋਂ ਆਏ ਉਹਦੇ ਨਾਲ ਜੁੜਨ ਵਾਸਤੇ ਗੁਰੂ ਸਿੱਖਿਆ ਦਿੰਦਾ ਹੈ। ਇਹ ਜਿਹੜੇ ਸਿੱਖਿਆ ਤੇ ਚੱਲਦੇ ਉਹ ਜੁੜ ਜਾਂਦੇ ਹਨ। ਮਹਾਰਾਜ ਕਹਿੰਦੇ ਨਾਮ ਤੇ ਰੱਬ ਗੁਰੂ ਤੋਂ ਬਗੈਰ ਕਿਸੇ ਨੂੰ ਨਹੀਂ ਪ੍ਰਾਪਤ ਹੋਇਆ। ਤੇ ਜਿਹੜੇ ਨਹੀਂ ਜੁੜੇ ਗੁਰੂ ਨਾਲ ਬਿਰਥਾ ਜਨਮ ਗਵਾਇਓ, ਆਪਣਾ ਜਨਮ ਵਿਅਰਥ ਗਵਾ ਲੈਂਦੇ ਹਨ। ਮਨਮੁਖ ਕਰਮ ਕਮਾਵਣੇ ਦਰ ਕੈ ਮਿਲੈ ਸਜਾਈ। ਮਨਮੁਖ ਜਿਹੜੇ ਕਰਮ ਕਮਾਉਂਦੇ ਨੇ ਉਹਨੂੰ ਦਰਗਾਹ 'ਚ ਸਜ਼ਾ ਮਿਲਣੀ, ਕਈਆਂ ਨੂੰ ਇੱਥੇ ਮਿਲਦੀ ਹੈ। ਉਹ ਪਕੜੇ ਜਾਂਦੇ ਹੈ, ਗਲਤ ਕੰਮ ਕ੍ਰਾਈਮ ਕਰਦੇ ਹੈ, ਉਹ ਵਿਕਾਰਾਂ ਦੇ ਵਸ ਪੈ ਕੇ ਗਲਤ ਕੰਮ ਕਰਦੇ, ਉਹ ਪਕੜੇ ਜਾਂਦੇ, ਇੱਥੇ ਸਜ਼ਾ ਮਿਲਦੀ ਹੈ। ਜੇ ਇੱਥੋਂ ਬਚ ਕੇ ਦਰਗਾਹ 'ਚ ਤੇ ਫਿਰ ਸਜ਼ਾ ਮਿਲਣੀ ਹੈ। ਉਥੇ ਕਰਨੀ ਕਾਗਦ ਮਨ ਪਸਵਾਣੀ ਬੁਰਾ ਭਲਾ ਹੋਏ ਲੈ ਬੁਰਾ ਭਲਾ ਲਿਖਿਆ ਜਾਂਦਾ। ਜਿਹਦੇ ਚੰਗੇ ਕਰਮ ਉੱਥੇ ਪਹੁੰਚ ਗਏ ਫਿਰ ਨਾਮ ਵੀ ਮਿਲਦਾ ਜੀ, ਉੱਥੋਂ ਸਤਿਕਾਰ ਸਰੂਪਾ ਵੀ ਗੱਲ 'ਚ ਪੈਂਦਾ, ਤੇ ਫਿਰ ਨਹੀਂ ਤੇ ਗੱਲ 'ਚ ਸੰਗਲ ਪਾ ਕੇ ਉਹ ਧੂ ਕੇ ਵੀ ਲਿਜਾਂਦੇ ਆ। ਦੋ ਤਰੀਕਿਆਂ ਨਾਲ। ਇੱਕ ਬੰਦਾ ਹੈ, ਉਹੀ ਪ੍ਰਸ਼ਾਸਨ ਇੱਕ ਬੰਦੇ ਨੂੰ ਸਟੇਜ ਤੇ ਸੱਦ ਕੇ ਸਨਮਾਨ ਦੇ ਰਿਹਾ, ਉਹੀ ਜਿਹੜੇ ਨੇ ਉਹ ਮੁਲਾਜ਼ਮ ਨੇ ਇੱਕ ਬੰਦੇ ਨੂੰ ਉਹ ਧੂ ਕੇ ਘਰੋਂ ਕੱਢ ਕੇ ਲਿਜਾਂਦੇ ਆ। ਕਰਮ ਫਰਕਾਂ 'ਚ, ਬੰਦੇ 'ਚ ਨਹੀਂ ਫਰਕ ਹੈ, ਕਰਮਾਂ ਦਾ ਫਰਕ ਹੈ। ਇੱਕ ਨੂੰ ਸਨਮਾਨ ਦੇ ਰਿਹਾ ਹੈ ਪ੍ਰਧਾਨ ਮੰਤਰੀ ਸੱਦ ਕੇ, ਇੱਕ ਨੂੰ ਕਹਿ ਰਿਹਾ ਵੀ ਇਹਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ। ਇਹਦੇ ਕਰਮਾਂ ਤੇ ਡਿਪੈਂਡ ਹੈ ਵੀ ਮਨਮੁਖ ਮਨ ਪਿੱਛੇ ਲੱਗ ਕੇ ਕਰਮ ਕਰਦੇ ਨੇ, ਫਿਰ ਰੱਬ ਦੇ ਘਰ ਇਹਨਾਂ ਨੂੰ ਸਜ਼ਾ ਮਿਲੇਗੀ। ਸਤਿਗੁਰੂ ਕਹਿੰਦੇ ਹੋਏ ਮਨ ਦੂਜਾ ਭਾਉ ਆਪਣੇ ਅੰਦਰੋਂ ਦੂਰ ਕਰ। ਦੂਜੇ ਤੇ ਆਸ ਰੱਖਣੀ ਛੱਡਦੇ। ਦੂਜਾ ਭਾਉ ਦੂਰ ਕਰਨ ਦਾ ਮਤਲਬ ਇਹ ਹੈ ਕਿ ਗੁਰੂ ਤੇ ਰੱਬ ਨੂੰ ਛੱਡ ਕੇ ਕਿਸੇ ਪਾਸੇ ਜਾਣ ਬਾਰੇ ਸੋਚ ਹੀ ਨਾ। ਜਾਣਾ ਤੇ ਬਹੁਤ ਦੂਰ ਦੀ ਗੱਲ ਹੈ ਵੀ ਤੂੰ ਉੱਥੇ ਗਿਆ ਹੈ, ਤੂੰ ਸੋਚਦਾ ਵੀ ਨਹੀਂ। ਦੂਜਾ ਭਾਉ ਆਪਣੇ ਅੰਦਰੋਂ ਕੱਢ ਹੀ ਦੇਣਾ ਕਾਮ। ਤੇਰੇ ਅੰਦਰ ਨੂੰ ਹੱਥ ਸਦਾ ਹੀ ਵਸਦਾ ਤੇ ਗੁਰੂ ਦੀ ਸੇਵਾ ਤੋਂ ਤੈਨੂੰ ਸੁੱਖ ਮਿਲਦਾ ਹੈ। ਰੱਬ ਅੰਦਰ ਹੈ, ਰੱਬ ਬਾਹਰ ਨਹੀਂ ਹੈ। ਗੁਰ ਸੇਵਾ ਸੁਖ ਪਾਏ, ਗੁਰੂ ਦੀ ਸੇਵਾ ਕਰ ਅੰਤਰ ਤੇਰੇ ਹੱਥ ਵਸੇ। ਰੱਬ ਅੰਦਰ ਵਸਦਾ, ਗੁਰੂ ਦੀ ਸੇਵਾ ਕੀਤੀ ਅੰਦਰ ਵਸਦਾ ਰੱਬ ਪ੍ਰਗਟ ਹੋ ਜਾਂਦਾ ਹੈ। ਰੱਬ ਅੰਦਰ ਵਸਦਾ ਦੇਖਿਆ ਤੇ ਨਹੀਂ ਹੈ। ਕਿਹੜੇ ਅੰਦਰਲੇ ਬੈਠੇ ਰੱਬ ਨੂੰ ਮਿਲ ਗਏ। ਵਿੱਚ ਹਉਮੈ ਦੀ ਕੰਧ ਹੈ, ਵਿੱਚ ਹਉਮੈ ਭੀਤ ਕਰਾ ਦੀ। ਉਹ ਕੰਧ ਦੂਰ ਗੁਰੂ ਕਰਦਾ ਹੈ, ਹਉਮੈ ਦੀ ਕੰਧ। ਫਿਰ ਸੇਜ ਏਕ, ਰੱਬ ਤੇ ਆਤਮਾ ਇੱਕ ਸੇਜ ਦੇ ਉੱਪਰ ਹੀ ਹੈ। ਪੈ ਮਿਲਣ ਦੁਹੇਰਾ ਕਹਿੰਦੇ, ਹੁਣ ਵਕਾਰ ਮਿਲ ਨਹੀਂ ਦਿੰਦੇ ਹੈ, ਹਉਮੈ ਮਿਲ ਨਹੀਂ ਦਿੰਦੀ ਹੈ। ਤੇ ਜਿੱਦਣ ਹਉਮੈ ਦੂਰ ਹੋ ਗਈ, ਮਹਾਰਾਜ ਕਹਿੰਦੇ ਫਿਰ ਗੁਰੂ ਦੀ ਸੇਵਾ ਨਾਲ ਹਉਮੈ ਦੂਰ ਹੋਣੀ ਹੈ, ਤੇ ਫਿਰ ਅੰਦਰੋਂ ਰੱਬ ਪ੍ਰਗਟ ਹੋ ਜਾਂਦਾ ਹੈ। ਸੱਚ ਬਾਣੀ ਸੱਚ ਸ਼ਬਦ ਹੈ, ਜਾਂ ਸੱਚ ਧਰੇ ਪਿਆਰ। ਇੱਕ ਬਾਣੀ ਸੱਚੀ ਹੈ, ਸ਼ਬਦ ਸੱਚਾ ਹੈ। ਜੇ ਸੱਚੇ ਨਾਲ ਕੋਈ ਪਿਆਰ ਕਰ ਲੇ ਤਾਂ ਸੱਚ ਤੇ ਫੇਰ ਹੀ ਹੈ ਨਾ। ਤੇ ਜੇ ਪਿਆਰ ਹੀ ਨਹੀਂ, ਫਿਰ ਸੱਚ ਦਾ ਵੀ ਕੀ ਕਰਨਾ ਹੈ। ਸੱਚ ਨਾਲ ਤਾਂ ਸਾਡਾ ਪਿਆਰ ਹੋਣਾ ਹੀ ਚਾਹੀਦਾ। ਗੁਰੂ ਸਾਹਿਬ ਜੀ ਨੇ, ਤੇ ਜੇ ਗੁਰੂ ਸਾਹਿਬ ਨਾਲ ਸਾਡਾ ਪਿਆਰ ਹੀ। ਇੱਕ ਬੰਦਾ ਸਪੀਚ ਦੇ ਰਿਹਾ ਹੈ, ਉਹਦੀ ਵੀਡੀਓ ਵਾਇਰਲ ਹੁੰਦੀ ਹੈ, ਕਹਿੰਦਾ ਵੀ ਤੁਸੀਂ ਗੁਰੂ ਨਾਨਕ ਸਾਹਿਬ ਨੂੰ ਆਪਣਾ ਗੁਰੂ ਨਹੀਂ ਕਹਿ ਸਕਦੇ। ਗੱਲ ਤੇ ਬੜੀ ਚੱਪੇ ਵਾਲੀ ਵੀ, ਕਿਉਂ ਨਹੀਂ ਗੁਰੂ ਕਹਿ ਸਕਦੇ, ਉਹ ਵਿਸ਼ਵ ਦੇ ਗੁਰੂ ਹੈ। ਉਹਨੇ ਬੋਲ ਕਿਹਾ ਸੰਬੋਧਨ ਕਰਕੇ ਜਿੰਨੇ ਲੋਕ ਬੈਠੇ ਹਨ, ਕਹਿੰਦੇ ਤੁਸੀਂ ਗੁਰੂ ਨਾਨਕ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਹੋ? ਕਹਿੰਦੇ ਜੀ ਸਾਰਿਆਂ ਨੇ ਹੱਥ ਖੜੇ ਕੀਤੇ। ਗੈਰ ਧਰਮ ਵਾਲੇ ਵੀ ਗੁਰੂ ਨਾਨਕ ਸਾਹਿਬ ਨੂੰ ਆਪਣਾ ਗੁਰੂ ਮੰਨਦੇ, ਸਾਰਾ ਵਿਸ਼ਵ। ਤੇ ਉਹਨੇ ਬੜੀ ਵਧੀਆ ਅਗਲੀ ਗੱਲ ਕੀ ਕਹਿੰਦਾ ਸੀ, ਗੁਰੂ ਨਾਨਕ ਸਾਹਿਬ ਨੂੰ ਗੁਰੂ ਮੰਨਦੇ ਹੋ, ਕੀ ਸਿੱਖਿਆ ਜੇ ਗੁਰੂ ਨਾਨਕ ਸਾਹਿਬ ਜੀ ਤੋਂ? ਦੱਸੋ ਕੀ ਸਿੱਖਿਆ?
जिन्हें कुछ सिक्ख्या गुरु साहब तो गुरु वो मन्ने गुरु नानक साहब जी, जिन्हें सिक्ख्या कुछ नहीं वह गुरु नानक साहब गुरु भी नहीं है। इतना ही साडा टीचर एक आउंदा हुंदा है सरदार महेंद्र सिंह जी ने, उन्होंने असीं ज्ञानी जी कहने हैं, पंजाबी पढ़ाते थे सानूं। उन्हें इतने कितने ना एतवार आते होंगे, मैं एक बार ताबिया च बैठा तो चलो वो तो हम जानते नहीं, शक्ल बदल जाती है। अं तो 30 साल पहला पढ़ते रहे उन्होंने को, मैं उठ के मैं चलो उस्ताद जी मन किया पढ़ते रहे ना, मैं मिलिया, मैं कहा जी तुहाडे स्टूडेंट बच्चे रहे तुहाडे तो सोढ़ी नगर पढ़ते रहे, वो बड़ी रूह आत्मा खुश हुई भी जे वो तो मैं पढ़िया तो वो मेरा टीचर है, जो मैं पढ़िया नहीं वो टीचर ही मेरा कितने, फिर तो मेरा टीचर ही नहीं हो। उन्हें बड़ी वधिया गल कही, कहते गुरु नानक साहब जी को अपना गुरु मानते हो, सिक्ख्या की जो गुरु नानक साहब जी को, तो गुरु कहो गुरु नानक साहब को अपना, जो तुम उन्होंने कुछ सिक्ख्या, जे सिक्ख्या नहीं फिर गुरु नानक साहब जी तुहाडे गुरु भी कोई नहीं जो। गल सच है, सच बाणी सच शब्द है, जहाँ सच धरे प्यार, जो गुरु साहब नाल प्यार ही नहीं फिर गुरु कहण नाल थोड़ी गुरु बन जाना। प्यार होना चाहिए अंदरों भाई, आत्मा साडी जुड़ी होनी चाहिए गुरु साहब के नाल। हर का नाम मन वसै, और मैं क्रोध निवार। जब हर का नाम मन च वस जाता, हौमे क्रोध को दूर कर लेंदा। गुरु के राही बाणी नाल जुड़ के, गुरु नाल प्यार करके क्रोध ते हौमे को दूर कर लेंदा। ये दोवें बहुत गुरमुख काव्य में क्रोध को चंडाल क्या, क्रोध सारे परिवार को पिछे जे एक खबर आई, गुस्से च आण के एक बाप ने अपने सुते बच्चे को खिंच के उसका गला पावे ते करके ना टोके नाल वढ़ दिता। बाप सगे ने अपने जन्म देने वाले पुत को उड़ते तो फड़ के सुते को खिंच के ना उसका गला मंजे के पावे ते रख के टोका मार के अपने पुत का ही गला कट दिता। मारे इन्हों क्या क्रोध चंडाल है, बिल्कुल गुरमुखो तुसीं क्रोध बड़ी बारी सोचना है भी ये सारे परिवार को कई बार खत्म कर दिंदा है। महाराज कहते हर का नाम जो मन च बाज तुहाडे च दया आ जाएगी, फिर क्रोध किवें आएगा जी, फिर बंदा बड़ी हिलीनी नाल बड़े। गुरु नानक साहब की गल की दास ने कल परसों, बाप ने मूँह ते चपेड़ा भी मारियां तो महाराज शांत खड़े है, बिल्कुल सिर नीवा करके खड़े है। अज का तो 12 साल का बच्चा प्यो नूं अखां कढदा, प्यो का गलमा पकड़ लेंदा। ਇਹਦਾ मतलब सिक्ख्या नहीं साडे कोल, साडे अंदर नाम नहीं, साडे अंदर प्यार नहीं, साडे अंदर बाणी नहीं, साडे अंदर गुरु साहब की बख्शिश नहीं है। मन निर्मल नाम ध्याइए, ता पाए मोख द्वार। सतगुरु कहते मन जे निर्मल नाम नूं ध्याए ते तैनूं मुक्ति का दरवाजा प्राप्त होएगा। ये सतगुरां ने शब्द विच बहुत मेरी बचन कहे भी उस अवस्था की असीं पहुँचना है भी सानूं मुक्ति का दरवाजा मिल जाए, असीं उस अवस्था को प्राप्त कर सकीए जी। जग बिन सदा पर जमै आवे जाए। महाराज कहते जग संसार जिहड़ा हौमे च ही खत्म होंदा जांदा ते जम्मण मरण के गेट च पै जांदा है। तां ही गुरमुख काल इन्नी आबादी हो गई है, वार वार सानूं जन्म दे जे जाण वाले जन्म ही ना लैंदे ते घटना ही असीं ते वधे हैं। तो मान लो इतों जाण वाले ना आते तो फिर तो अं घटना ही, तो असीं जम्मण मरण के गेट च पए तो वार वार आए तो आ रश वध गया संसार के उपर। महाराज कहते जम्मण मरण के गेट च पए रहिंदे ने, जम जम मरे मरे फिर जमे, बहुत सजाई पाया देश लंबे देशों फिर तुरदा रहिंदा है। मनमुख शब्द ना जाननी, जसर पत गवाए। मनमुख शब्द नूं गुरु नूं जानदा समझदा नहीं ते पत गवा लैंदा, फिर इज्जत खवार हुंदी जदों बंदा जांदा है। गुर सेवा नाउ पाइए, सच्चे रह समाए। सतगुरु कहते गुरु की सेवा चो नाम मिलता है तो नाम प्राप्ति करने वाला फिर विच उहदे वाहिगुरू दे समाया रहिंदा है। शब्द मन्निए गुर पाइए, ਜਿਹੜੇ ਸ਼ਬਦ ਨੂੰ ਮੰਨਦੇ, ਸ਼ਬਦ ਨੂੰ ਮੰਨਣਾ ਗੁਰੂ ਦੀ ਸਿੱਖਿਆ ਨੂੰ ਮੰਨਣਾ, ਗੁਰ ਪਾਈਓ ਪੂਰਨ ਤੌਰ ਤੇ ਗੁਰੂ ਨੂੰ ਪਾ ਲੈਂਦੇ, ਗੁਰੂ ਦੀ ਸਿੱਖਿਆ ਦੇ ਚੱਲਣ ਵਾਲੇ ਗੁਰੂ ਨੂੰ ਪ੍ਰਾਪਤ ਕਰ ਲੈਂਦੇ ਆ। ਫਿਰ ਵਿੱਚੋਂ ਆਪ ਗਵਾਏ ਆਪਾ ਭਾਵ ਮਾਰ ਗਵਾ ਲੈਂਦੇ ਹਨ। ਭਗਤ ਕਰੇ ਸਦਾ ਸੱਚ ਕੀ ਨਿਭਾਏ। ਉਹ ਫਿਰ ਦਿਨ ਰਾਤ ਭਗਤੀ ਕਰਦੇ ਹੈ, ਸਦਾ ਸੱਚੇ ਨਾਲ ਨਿਭ ਸੁਰਤ ਜੋੜ ਕੇ ਰੱਖਦੇ ਹਨ। ਨਾਮ ਪਦਾਰਥ ਮਨ ਵਸਿਆ, ਨਾਨਕ ਸਹਿਜ ਸਮਾਏ।
ਨਾਮ ਪਦਾਰਥ ਉਹਨਾਂ ਦੇ ਮਨ 'ਚ ਵਸ ਜਾਂਦਾ ਹੈ ਤੇ ਆਤਮਿਕ ਡੋਲਤਾ 'ਚ ਸਮਾਏ ਰਹਿੰਦੇ, ਸਹਿਜ ਅਵਸਥਾ ਦੇ ਵਿੱਚ ਉਹ ਭਾਈ ਬਣੇ ਰਹਿੰਦੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਭੁੱਲਾਂ ਚੁੱਕਾਂ ਦੀ ਖੇਮਾ ਸਮੂਹ ਸੰਗਤ ਦਾ ਧੰਨਵਾਦ ਜੀ ਆਇਆਂ ਨੂੰ। ਸ਼ਬਦ ਦੀ ਵਿਚਾਰ ਕਰਦੇ ਹਾਂ, ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ। ਸੰਗਤ ਤੇ ਸਤਿਗੁਰੂ ਬਖਸ਼ਣ ਯੋਗ ਬਖਸ਼ ਦੇਣਾ ਜੀ। ਇਹਨਾਂ ਸਥਾਨਾਂ ਦੀ ਸੇਵਾ ਕਾਰ ਸੇਵਾ ਵਾਲੇ ਮਹਾਂਪੁਰਖ ਬਾਬਾ ਜਗਤਾਰ ਸਿੰਘ ਜੀ ਕਰਵਾ ਰਹੇ ਨੇ। ਚੱਲ ਰਹੀਆਂ ਸੇਵਾਵਾਂ ਦੇ ਵਿੱਚ ਹਿੱਸੇ ਪਾ ਕੇ ਭਾਈ ਆਪ ਜੀ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹੋ ਜੀ। ਸਮੁੱਚੀਆਂ ਸੰਗਤਾਂ ਦਾ ਧੰਨਵਾਦ ਜੀ ਆਇਆਂ ਨੂੰ। ਹੁਣ ਦਾਸਾਂ ਨੇ ਗੋਇੰਦਵਾਲ ਸਾਹਿਬ ਗੁਟਕਾ ਸਾਹਿਬ ਕਾਫੀ ਆ ਜਾਂਦੇ ਜੀ ਪਿੰਡਾਂ 'ਚੋਂ ਬਿਰਧ, ਤੇ ਕਾਫੀ ਮੇਰੇ ਖਿਆਲ ਕੋਈ ਗੁਟਕਾ ਸਾਹਿਬ ਪਏ ਸੀ। ਪਤਾ ਨਹੀਂ ਇਹਨਾਂ ਬੱਚਿਆਂ ਨੂੰ ਆਖਿਆ ਵੀ ਆਪਾਂ ਗੋਇੰਦਵਾਲ ਸਾਹਿਬ ਇਹਨਾਂ ਦੀ ਸੇਵਾ ਕਰ ਰਹੀਏ, ਕਿਉਂਕਿ ਸਾਂਭ ਸੰਭਾਲੇ ਤੇ ਆਪਣੇ ਸੱਚਖੰਡ ਦੀ ਤਿਆਰੀ ਚੱਲ ਰਹੀ ਹੈ। ਚਲੋ ਜਦੋਂ ਤਿਆਰੀ ਹੋ ਗਈ ਨਾ ਆਪ ਜੀਆਂ ਨੂੰ ਦਰਸ਼ਨ ਕਰਾਵਾਂਗੇ ਜੀ ਸੱਚਖੰਡ ਦੇ। ਆਪਾਂ ਸੰਗਤ ਜਾ ਕੇ ਨਾ ਬੜੀ ਕਿਰਪਾ ਗੁਰਮੁਖ ਪਿਆਰਿਆਂ ਨੇ, ਬਹੁਤ ਵਧੀਆ ਸੱਚਖੰਡ ਜਿਹੜਾ ਬਸ ਮੇਰੇ ਖਿਆਲ ਇਸੇ ਹਫ਼ਤੇ ਇਤਿਹਾਸ ਹੋ ਜਾਣਾ। ਤੇ ਬੜੇ ਗੁਰਮੁਖ ਪਿਆਰਿਆਂ ਨੇ ਮਨ ਲਾ ਕੇ ਰੀਝ ਨਾਲ ਬੜੇ ਚੜ੍ਹਦੀ ਕਲਾ ਨਾਲ ਸੇਵਾ ਕੀਤੀ ਹੈ। ਫਿਰ ਆਪਣੇ ਕੋਲ ਇੰਨੀ ਜਗ੍ਹਾ ਨਹੀਂ ਹੈ ਵੀ ਜਾਂ ਬਿਰਧ ਸਰੂਪ ਰੱਖ ਸਕੀਏ, ਬਹੁਤੇ ਸੱਚਖੰਡ ਦੀ ਤਿਆਰੀ ਚੱਲ ਰਹੀ ਹੈ। ਇਸ ਕਰਕੇ ਗੋਇੰਦਵਾਲ ਸਾਹਿਬ ਜਿਹੜੇ ਬਿਰਧ ਗੁਟਕੇ ਸਾਹਿਬ ਪਿੰਡਾਂ 'ਚੋਂ ਕਈ ਵਾਰੀ ਸੰਗਤ ਦੇ ਜਾਂਦੀ ਹੈ, ਉਹਨਾਂ ਦੀ ਸੇਵਾ ਕਰਨ ਵਾਸਤੇ ਜਾਣਾ ਹੈ। ਤੇ ਚਲੋ ਨਾਲੇ ਦਰਸ਼ਨਦਾਰੀ ਪ੍ਰਾਪਤ ਹੋਣਗੇ ਜੀ। ਸਮੁੱਚੀਆਂ ਸੰਗਤਾਂ ਦਾ ਧੰਨਵਾਦ ਜੀ ਆਇਆਂ ਨੂੰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।